ਪੰਜਾਬ ਸਰਕਾਰ ਨੇ ਪਿਛਲੇ ਚੋਣ ਮੈਨੀਫੈਸਟੋ 'ਚ 50 ਨਵੇਂ ਕਾਲਜ ਖੋਲ੍ਹਣ ਦੀ ਗੱਲ ਕੀਤੀ ਸੀ। ਨਵੇਂ ਤਾਂ ਕੀ ਖੋਲ੍ਹਣੇ ਸੀ, ਪੁਰਾਣੇ ਖੁੱਲ੍ਹੇ ਹੋਇਆਂ ਨੂੰ ਬੰਦ ਕਰ ਰਹੀ ਆ। ਪੰਜਾਬ 'ਚ ਵਿਦਿਆਰਥੀ ਵੀ ਹੈਗੇ ਆ, ਉਹਨਾਂ ਦੀ ਪੜ੍ਹਨ ਦੀ ਇੱਛਾ ਵੀ ਹੈਗੀ ਆ, ਪਰ ਪੰਜਾਬ ਸਰਕਾਰ ਦੀ ਪੜ੍ਹਾਉਣ ਦੀ ਨਾ ਇੱਛਾ, ਨਾ ਨੀਤੀ ਆ, ਨਾ ਨੀਅਤ ਆ ਗਈ। ਖਾਲੀ ਪਈਆਂ ਪੋਸਟਾਂ ਜਾਂ ਕੱਚੇ ਅਧਿਆਪਕਾਂ ਤੋਂ ਕੰਮ ਕਰਕੇ ਲਿਆ ਜਾ ਰਿਹਾ ਕੰਮ, ਉਹਨਾਂ ਤੋਂ ਧੱਕੇ ਨਾਲ ਉਹਨਾਂ ਤੋਂ ਬੰਧੂਆ ਮਜ਼ਦੂਰ ਬਣਾ ਕੇ ਕੰਮ ਲਿਆ ਜਾ ਰਿਹਾ। ਸਰਕਾਰਾਂ ਕੋਲ ਸਾਰੇ ਅੰਕੜੇ ਆ, ਇਹਨਾਂ ਨੂੰ ਕੋਈ ਰਿਸਰਚ ਦੀ ਲੋੜ ਨਹੀਂ, ਸਾਰਾ ਕੁਝ ਪਤਾ। ਇਹ ਗਿਣੀ ਮਿਥੀ ਸਾਜ਼ਿਸ਼ ਤਹਿਤ ਉਹਨਾਂ ਨੂੰ ਖਤਮ ਕਰ ਰਹੇ ਆ। ਇਹਨਾਂ ਨੂੰ ਕੀ ਨਹੀਂ ਪਤਾ, ਇੱਕ ਇੱਕ ਚੀਜ਼ ਦੀ ਇਹਨਾਂ ਕੋਲ ਖਬਰ ਆ ਕਿ ਕਿੱਦਾਂ ਇਹ ਖੁਸ਼ ਹੋ ਰਹੇ ਆ ਕਿ ਅੱਛਾ ਇੱਕ ਹੋਰ ਬੰਦ ਹੋ ਗਿਆ ਕਾਲਜ, ਇੱਕ ਹੋਰ ਥਾਂ ਤੋਂ ਅਸੀਂ ਡਿਗਰੀ ਬੰਦ ਕਰਤੀ ਆ ਕੋਈ। ਜਿਵੇਂ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਮੈਕਸ ਹਸਪਤਾਲ ਖੋਲ੍ਹਤੇ, ਉੱਦਾਂ ਸਰਕਾਰੀ ਕਾਲਜਾਂ 'ਚ ਸੈਲਫ ਫਾਈਨਾਂਸ ਕੋਰਸ ਤੇ ਪੀਟੀਏ ਫੰਡਾਂ ਰਾਹੀਂ ਤੇ ਐਚਈਐਸ ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਪਹਿਲਾਂ ਤੋਂ ਵਾੜ ਚੁੱਕੇ ਆ। ਇਹ ਰਹਿੰਦਾ ਖੁੰਦਾ ਵੀ ਇਹ ਹੁਣ ਤਬਾਹ ਕਰਨ ਦੇ ਕੰਡੇ ਤੇ ਇਹਨਾਂ ਨੇ ਲਿਆਂਦਾ ਹੋਇਆ ਗਾ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਜਿੱਥੇ ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਸਭਾ ਚੱਲ ਰਹੀ ਹੈ, ਉੱਥੇ ਹੀ ਮਟਕਾ ਚੌਂਕ ਤੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ, ਜਿਹੜੇ ਅਧਿਆਪਕ ਨੇ, ਉਹ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਸਰਕਾਰੀ ਕਾਲਜ ਹੈਗੇ ਆ ਉਹਨਾਂ ਨੂੰ ਬਚਾਇਆ ਜਾਵੇ। ਜਿੱਥੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ, ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਜਿਸ ਵਕਤ ਨੌਜਵਾਨ ਪੀੜ੍ਹੀ ਜਿਸ ਵਕਤ ਪੜ੍ਹ ਰਹੀ ਹੁੰਦੀ ਹੈ, ਉਹਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਆ। ਜੇਕਰ ਸਰਕਾਰੀ ਕਾਲਜਾਂ ਨੂੰ ਇਸ ਤਰੀਕੇ ਨਾਲ ਪ੍ਰੋਟੈਸਟ ਕਰਨਾ ਪੈ ਜਾਏਗਾ, ਉਹਨਾਂ ਨੂੰ ਆਪਣੇ ਆਪ ਦੇ ਉੱਤੇ ਸੰਕਟ ਦਿਖਣ ਲੱਗ ਜਾਏਗਾ। ਪੰਜਾਬ ਕਿਹੋ ਜਿਹੀ ਸਿਚੁਏਸ਼ਨ ਤੇ ਹੈਗਾ ਆ, ਇਹ ਦੇਖਣਾ ਬਹੁਤ ਵੱਡੀ ਚੀਜ਼ ਹੈਗੀ ਹੈ। ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਹੈ ਮੇਰਾ ਨਾਮ। ਬਲਵਿੰਦਰ ਜੀ, ਜੇਕਰ ਗੱਲ ਕੀਤੀ ਜਾਵੇ ਐਜੂਕੇਸ਼ਨ ਦੀ, ਸਰਕਾਰੀ ਕਾਲਜਾਂ ਦੀ, ਕੀ ਲੋੜ ਪੈ ਗਈ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੇ ਸਿਰ ਤੇ ਹੀ ਖਤਰਾ ਮੰਡਰਾਉਣ ਲੱਗ ਗਿਆ? ਪਹਿਲੀ ਤਾਂ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸੇ ਨੂੰ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਕਦੇ ਗੱਲ ਨਹੀਂ ਉੱਠੀ ਤੇ ਖਣੀ ਉਹ ਬਹੁਤ ਅੱਛੀ ਤਰ੍ਹਾਂ ਚੱਲ ਰਹੇ ਆ। ਅਸੀਂ ਸਕੂਲਾਂ ਦੇ ਮੰਦੇ ਹਾਲ ਦੇ ਧਰਨੇ ਸੁਣਦੇ ਰਹਿੰਦੇ ਆਂਗੇ, ਅਧਿਆਪਕ ਟੈਂਕੀਆਂ ਤੇ ਚੜ੍ਹਦੇ ਆ ਜਾਂ ਹੋਰ ਤਰ੍ਹਾਂ ਨਾਲ, ਪਰ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਕਾਲਜਾਂ ਬਾਰੇ ਸਾਇਲੈਂਟ ਰਿਹਾ ਹੁਣ ਤੱਕ ਲੋਕ, ਉਹਨਾਂ ਨੂੰ ਕਿਤੇ ਇਹ ਲੱਗਦਾ ਕਿ ਖਣੀ ਬੜੀ ਵਧੀਆ ਸਥਿਤੀ 'ਚ ਚੱਲ ਰਿਹਾ। ਪੰਜਾਬ ਦੇ ਸਰਕਾਰੀ ਕਾਲਜਾਂ 'ਚ ਗਰੀਬ ਬੱਚਿਆਂ ਦੀ ਅੰਤਮ ਪੀੜ੍ਹੀ ਪੜ੍ਹ ਰਹੀ ਆ, ਜਿਹੜਾ ਹਾਲ ਇਹਨਾਂ ਨੇ ਕਰ ਰੱਖਿਆ ਗਾ। ਪੰਜਾਬ ਸਰਕਾਰ ਨੇ ਪਿਛਲੇ ਚੋਣ ਮੈਨੀਫੈਸਟੋ 'ਚ 50 ਨਵੇਂ ਕਾਲਜ ਖੋਲ੍ਹਣ ਦੀ ਗੱਲ ਕੀਤੀ ਸੀ। ਨਵੇਂ ਤਾਂ ਕੀ ਖੋਲ੍ਹਣੇ ਸੀ, ਪੁਰਾਣੇ ਖੁੱਲ੍ਹੇ ਹੋਇਆਂ ਨੂੰ ਬੰਦ ਕਰ ਰਹੀ ਆ। ਉਹਨਾਂ 'ਚ ਚੱਲ ਰਹੇ ਕੋਰਸਾਂ ਨੂੰ ਬੰਦ ਕਰ ਰਹੀ ਆ। ਉਹਨਾਂ ਦੀਆਂ ਜਿਹੜੀਆਂ ਬੀਐਡ ਦੇ ਕਾਲਜਾਂ ਦੀਆਂ ਸੀਟਾਂ ਘਟਾ ਰਹੀ ਆ, ਤਾਂ ਕਿ ਜਿਹੜੇ ਪ੍ਰਾਈਵੇਟ ਕਾਲਜ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਜਿਨ੍ਹਾਂ ਦੇ ਹਿੱਸੇ ਆਗੇ, ਉਹਨਾਂ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਬੱਚੇ ਵਿਦੇਸ਼ਾਂ ਨੂੰ ਚਲੇ ਜਾ ਰਹੇ ਆ, ਸਰਕਾਰੀ ਕਾਲਜਾਂ 'ਚ ਕੋਈ ਪੜ੍ਹਨ ਵਾਲਾ ਨਹੀਂ ਹੈ। ਇਹਨਾਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਏਡਡ ਕਾਲਜਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸਟੂਡੈਂਟ ਪੜ੍ਹ ਰਹੇ ਆ। ਪੰਜਾਬ 'ਚ ਵਿਦਿਆਰਥੀ ਵੀ ਹੈਗੇ ਆ, ਉਹਨਾਂ ਦੀ ਪੜ੍ਹਨ ਦੀ ਇੱਛਾ ਵੀ ਹੈਗੀ ਆ, ਪਰ ਪੰਜਾਬ ਸਰਕਾਰ ਦੀ ਪੜ੍ਹਾਉਣ ਦੀ ਨਾ ਇੱਛਾ, ਨਾ ਨੀਤੀ ਆ, ਨਾ ਨੀਅਤ ਆ ਗਈ। ਇਹ ਜਾਣਬੁੱਝ ਕੇ ਗਰੀਬ ਬੱਚਿਆਂ ਨੂੰ, ਪੇਂਡੂ ਬੱਚਿਆਂ ਨੂੰ ਸਿੱਖਿਆ 'ਚੋਂ ਬਾਹਰ ਕਰ ਰਹੀ ਆ, ਜੀਵਨ 'ਚੋਂ ਬਾਹਰ ਕਰ ਰਹੀ ਆ, ਗਿਆਨ 'ਚੋਂ ਬਾਹਰ ਕਰ ਰਹੀ ਆ। ਕਿਉਂਕਿ ਜਿਹੜੇ ਗਰੀਬਾਂ ਦੇ ਬੱਚੇ ਉਹ ਸਰਕਾਰੀ ਕਾਲਜਾਂ 'ਚ ਪੜ੍ਹਦੇ ਆ, ਤਾਂ ਸਰਕਾਰੀ ਕਾਲਜ ਹੀ ਨਾ ਜੇ ਬਚਣਗੇ, ਉੱਥੇ ਭਰਤੀ ਨਹੀਂ ਹੋਏਗੀ। ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਭਰਤੀ ਨਹੀਂ ਕੀਤੀ ਗਈ ਆ। 1873 ਮਨਜ਼ੂਰਸ਼ੁਦਾ ਪੋਸਟਾਂ ਗਈਆਂ, ਜਿਨ੍ਹਾਂ 'ਚੋਂ ਸਿਰਫ ਇਸ ਟਾਈਮ 308 ਪੰਜਾਬ ਦੇ ਵਿੱਚ ਰੈਗੂਲਰ ਪ੍ਰੋਫੈਸਰ ਆ ਗਏ। ਬਾਕੀ ਜਾਂ ਤਾਂ ਖਾਲੀ ਪਈਆਂ ਪੋਸਟਾਂ ਜਾਂ ਕੱਚੇ ਅਧਿਆਪਕਾਂ ਤੋਂ ਕੰਮ ਕਰਕੇ ਲਿਆ ਜਾ ਰਿਹਾ ਕੰਮ, ਉਹਨਾਂ ਤੋਂ ਧੱਕੇ ਨਾਲ ਉਹਨਾਂ ਤੋਂ ਬੰਧੂਆ ਮਜ਼ਦੂਰ ਬਣਾ ਕੇ ਕੰਮ ਲਿਆ ਜਾ ਰਿਹਾ। 31 ਪੰਜਾਬ ਦੇ ਵਿੱਚ ਕੌਨਸਟੀਚੂਐਂਟ ਕਾਲਜ ਆ। ਇਹ ਕੌਨਸਟੀਚੂਐਂਟ ਕਾਲਜ ਉਹ ਜਿਹੜੇ ਪਛੜੇ ਇਲਾਕਿਆਂ 'ਚ ਖੋਲ੍ਹੇ ਹੋਏ ਸਰਕਾਰੀ ਕਾਲਜ ਸੀਗੇ। ਸੈਂਟਰ ਸਰਕਾਰ ਦੀ ਸਕੀਮ ਸੀਗੀ, ਪੰਜਾਬ ਸਰਕਾਰ ਨੇ ਉਹਨਾਂ ਨੂੰ ਚਲਾਉਣ ਤੋਂ ਹੱਥ ਖੜੇ ਕਰਤੇ ਆ। ਯੂਨੀਵਰਸਿਟੀਆਂ ਨੂੰ ਉਹਨਾਂ ਨੂੰ ਧੱਕੇ ਨਾਲ ਸੌਂਪ ਦਿੱਤੇ ਗਏ ਆ। ਯੂਨੀਵਰਸਿਟੀਆਂ ਉਹਨਾਂ ਨੂੰ ਚਲਾਉਣ ਤੋਂ ਸਮਰੱਥ ਆ, ਉੱਥੇ ਵੀ ਕੋਈ ਪੱਕੀ ਭਰਤੀ ਨਹੀਂ ਕੀਤੀ ਗਈ। ਤਾਂ ਪੰਜਾਬ ਦੇ ਵਿੱਚ ਜਿਹੜੇ 200 ਦੇ ਕਰੀਬ ਸਰਕਾਰੀ ਕਾਲਜ ਚਾਹੀਦੇ ਆ, ਜਿਹੜੇ ਕਿ ਘਟਾ ਕੇ ਇਹਨਾਂ ਨੇ 47 ਕਰਤੇ 51 ਤੋਂ। ਤੇ ਜਿਹੜੇ ਹਰਿਆਣਾ ਸਾਡੇ ਚੋਂ ਨਿਕਲਿਆ ਹੋਇਆ ਸੂਬਾ, ਉੱਥੇ 170 ਸਰਕਾਰੀ ਕਾਲਜ ਆ। ਹਿਮਾਚਲ 'ਚ 94 ਸਰਕਾਰੀ ਕਾਲਜ ਆ। ਪੰਜਾਬ 'ਚ ਸਿਰਫ 47 ਸਰਕਾਰੀ ਕਾਲਜ ਰਹਿ ਗਏ ਆ। ਤਾਂ ਇਹ ਜਿਹੜਾ ਹਿਮਾਚਲ ਤੇ ਹਰਿਆਣਾ ਪੰਜਾਬ 'ਚੋਂ ਨਿਕਲੇ ਹੋਏ ਸੂਬੇ ਸੀ, ਪੰਜਾਬ ਤੋਂ ਆਬਾਦੀ ਪੱਖੋਂ ਘੱਟ ਆ, ਖੇਤਰਫਲ ਪੱਖੋਂ ਘੱਟ ਆ ਗਏ, ਤੇ ਇਹਦੇ ਬਾਵਜੂਦ ਪੰਜਾਬ ਤੋਂ ਉਹ ਤਿੱਗਣੇ ਚੌਗਣੇ ਕਾਲਜ ਰੱਖੀ ਬੈਠੇ ਹੈਗੇ। ਤਾਂ ਪੰਜਾਬ ਕੋਲ ਸਿਰਫ 47 ਕਾਲਜ ਆ, ਉਹਨਾਂ ਦਾ ਵੀ ਬੁਰਾ ਹਾਲ ਆ, ਜਮਾ ਖਸਤਾ ਹਾਲਤ ਬਿਲਡਿੰਗਾਂ ਜੀ। ਇੱਕ ਚੀਜ਼ ਆਪਾਂ ਦੇਖ ਲਈ ਕਿ ਨਾ ਇਨਫਰਾਸਟ੍ਰਕਚਰ ਹੈਗਾ ਆ, ਨਾ ਅਧਿਆਪਕ ਹੈਗੇ ਆ, ਤੇ ਗਿਣਤੀ ਵੀ ਜਿਹੜੀ ਕਾਲਜਾਂ ਦੀ ਹੈਗੀ ਉਹ ਘਟਦੀ ਜਾ ਰਹੀ ਹੈ। ਕੀ ਇਸ ਸਿਚੁਏਸ਼ਨ ਨੂੰ ਸਹੀ ਕੀਤਾ ਜਾ ਸਕਦਾ ਹੈ ਕਿਸੇ ਤਰੀਕੇ ਨਾਲ? ਜੇਕਰ ਕੀਤਾ ਜਾ ਸਕਦਾ, ਤੁਸੀਂ ਬਹੁਤ ਦੇਰ ਤੋਂ ਇਹਦੇ ਉੱਤੇ ਕੰਮ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਆ ਸਰਕਾਰਾਂ ਨੂੰ ਕਿਸ ਤਰੀਕੇ ਨਾਲ ਪਹਿਲ ਕਰਨੀ ਚਾਹੀਦੀ ਹੈ? ਕਿਉਂਕਿ ਸਰਕਾਰਾਂ ਹਮੇਸ਼ਾ ਕਹਿ ਦਿੰਦੀਆਂ ਨੇ ਕਿ ਸਾਨੂੰ ਰਿਸਰਚ ਕਰਨ ਤੇ ਟਾਈਮ ਲੱਗੇਗਾ, ਸਾਨੂੰ ਦੇਖਣਾ ਪਏਗਾ। ਜੇਕਰ ਤੁਹਾਨੂੰ ਦੱਸਣਾ ਪਵੇ ਕਿ ਕਿਸ ਤਰੀਕੇ ਨਾਲ, ਕਿਸ ਪੱਧਰ ਤੋਂ ਕੰਮ ਸਟਾਰਟ ਕੀਤਾ ਜਾ ਸਕਦਾ ਆ?
ਸਰਕਾਰਾਂ ਕੋਲ ਸਾਰੇ ਅੰਕੜੇ ਆ, ਇਹਨਾਂ ਨੂੰ ਕੋਈ ਰਿਸਰਚ ਦੀ ਲੋੜ ਨਹੀਂ, ਸਾਰਾ ਕੁਝ ਪਤਾ। ਇਹ ਗਿਣੀ ਮਿਥੀ ਸਾਜ਼ਿਸ਼ ਤਹਿਤ ਉਹਨਾਂ ਨੂੰ ਖਤਮ ਕਰ ਰਹੇ ਆ। ਇਹਨਾਂ ਨੂੰ ਕੀ ਨਹੀਂ ਪਤਾ, ਇੱਕ ਇੱਕ ਚੀਜ਼ ਦੀ ਇਹਨਾਂ ਕੋਲ ਖਬਰ ਆ ਕਿ ਕਿੱਦਾਂ ਇਹ ਖੁਸ਼ ਹੋ ਰਹੇ ਆ ਕਿ ਅੱਛਾ ਇੱਕ ਹੋਰ ਬੰਦ ਹੋ ਗਿਆ ਕਾਲਜ, ਇੱਕ ਹੋਰ ਥਾਂ ਤੋਂ ਅਸੀਂ ਡਿਗਰੀ ਬੰਦ ਕਰਤੀ ਆ, ਕੋਈ ਕੋਰਸ ਬੰਦ ਕਰਤਾ। ਇਹਨਾਂ ਕੋਲੇ ਸਾਰਾ ਡਾਟਾ ਗਾ, ਇਹਨਾਂ ਤੋਂ ਹੀ ਅਸੀਂ ਲਿਆ ਹੋਇਆ ਡਾਟਾ ਗਾ, ਸਾਰਾ ਕੁਝ ਇਹਨਾਂ ਕੋਲ ਹੈ। ਇਹਨਾਂ ਦੀ ਨੀਅਤ ਨਹੀਂ ਠੀਕ, ਇਹਨਾਂ ਦੀਆਂ ਨੀਤੀਆਂ ਨਹੀਂ ਠੀਕ। ਜਦੋਂ ਨੀਅਤ ਨਹੀਂ ਠੀਕ ਤਾਂ ਨੀਤੀਆਂ ਕਿਵੇਂ ਠੀਕ ਹੋ ਜਾਣਗੀਆਂ? ਤਾਂ ਇਸ ਕਰਕੇ ਸਰਕਾਰ ਦੇ ਲਈ ਇਹ ਬਹੁਤ ਛੋਟੀ ਜੀ ਗੱਲ ਆ। ਜਿਵੇਂ ਤੁਹਾਨੂੰ ਡਾਟਾ ਵੀ ਦਿੱਤਾ, ਹਰਿਆਣੇ ਦੀ ਸਰਕਾਰ ਜੇ ਕਰ ਸਕਦੀ ਹੈ, 170 ਕਾਲਜ ਆ, ਹਰ ਸਾਲ ਉਹ ਵਧਾਉਂਦੀ ਆ, ਕਾਲਜ ਵੀ ਤੇ ਭਰਤੀ ਵੀ ਕਰ ਰਹੀ ਆ, ਤੇ ਹਿਮਾਚਲ ਦੀ ਸਰਕਾਰ ਇਦਾਂ ਕਰ ਰਹੀ ਆ। ਹੋਰ ਭਾਰਤ ਦੇ ਵਿੱਚੋਂ ਪੰਜਾਬ ਦੀ ਜਿਹੜੀ ਬੇਰੁਜ਼ਗਾਰੀ ਦਰ ਵੀ ਵੱਧ ਹੈਗੀ ਤੇ ਜਿਹੜੀ ਰੁਜ਼ਗਾਰ ਹੈਗਾ ਉਹ ਘੱਟ ਆ ਭਾਰਤ ਦੇ ਮੁਕਾਬਲੇ। ਤੇ ਅਸੀਂ ਕਹਿ ਦਿੰਦੇ ਹਾਂ ਕਿ ਹੁਣ ਪਿੱਛੇ ਜੇ ਡਰਾਮਾ ਰਚਿਆ ਸੀ ਕੈਪਟਨ ਸਰਕਾਰ ਨੇ ਕਿ ਅਸੀਂ ਸਿੱਖਿਆ ਦੇ ਵਿੱਚ ਨੰਬਰ 1 ਆ ਗਿਆ, ਉਹ ਡਾਟਾ ਦੇ ਹੇਰ-ਫੇਰ ਕਰਕੇ ਤੁਸੀਂ ਇਹ ਕਰ ਰਹੇ ਆ। ਸਰਕਾਰ ਕੋਲ ਸਾਰਾ ਕੁਛ ਆ, ਸਾਰੇ ਸਾਧਨ ਆ ਸਰਕਾਰ ਕੋਲ। ਵਿਧਾਇਕਾਂ ਨੂੰ ਜਦੋਂ ਇੰਨੇ ਇਹ ਇੱਕ ਦਿਨ ਕਿਸੇ ਨੇ ਡਾਟਾ ਪਾਇਆ ਸੀ, ਸਾਰੇ ਭਾਰਤ ਦੇ ਜਾਂ ਕਹ ਲਓ ਪੰਜਾਬ ਦੇ ਕਰੋੜਾਂ ਅਰਬਾਂ ਰੁਪਏ ਇਹ ਉਹਨਾਂ ਨੂੰ ਵਿਧਾਇਕਾਂ ਨੂੰ ਪੈਨਸ਼ਨ ਦੇ ਸਕਦੇ ਆ, ਤਾਂ ਸਰਕਾਰੀ ਕਾਲਜਾਂ ਨੂੰ ਨਹੀਂ ਬਚਾ ਸਕਦੇ। ਇਹ ਬਚਾਉਣਾ ਨਹੀਂ ਚਾਹੁੰਦੇ, ਇਹਨਾਂ ਕੋਲੇ ਸਾਰਾ ਕੁਝ ਹੈਗਾ ਗਾ ਬਚਾਉਣ ਨੂੰ। ਬਾਈ ਜੀ, ਜੇਕਰ ਗੱਲ ਕੀਤੀ ਜਾਵੇ, ਅੱਜ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਭਾ ਲੱਗੀ ਹੋਈ ਹੈ, ਦੂਜੇ ਪਾਸੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕੀ ਮੰਗਾਂ ਨੇ ਪੰਜਾਬ ਸਰਕਾਰ ਤੋਂ ਤੁਹਾਡੀਆਂ? ਸਾਡੀਆਂ ਜੀ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਨੇ, ਸਭ ਤੋਂ ਪਹਿਲਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਜੇ ਸਿੱਖਿਆ ਨੂੰ ਬਚਾਉਣਾ ਹੈ, ਜੇ ਕਾਲਜ ਚੱਲਦੇ ਰੱਖਣੇ ਹੈ, ਜੇ ਗਰੀਬ ਤੇ ਪੇਂਡੂ ਵਿਦਿਆਰਥੀਆਂ ਨੂੰ ਸਿੱਖਿਆ ਦੇਣੀ ਹੈ, ਤਾਂ ਇਹਨਾਂ ਕਾਲਜਾਂ ਦੇ ਅੰਦਰ ਅਧਿਆਪਕ ਹੋਣੇ ਸਭ ਤੋਂ ਪਹਿਲੀ ਸ਼ਰਤ ਨੇ। ਅਧਿਆਪਕਾਂ ਤੋਂ ਬਿਨਾਂ ਕਾਲਜ ਬਿਲਡਿੰਗਾਂ ਨਹੀਂ ਪੜ੍ਹਾ ਸਕਦੀਆਂ ਕਿਸੇ ਨੂੰ। ਇਸ ਕਰਕੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ, ਲਗਭਗ 1500 ਦੇ ਕਰੀਬ, ਉਹ ਸਾਰੀਆਂ ਪੋਸਟਾਂ ਭਰੀਆਂ ਜਾਣੀਆਂ ਚਾਹੀਦੀਆਂ ਨੇ। ਦੂਜੀ ਗੱਲ ਇਹ, ਕਿਉਂਕਿ ਪਿਛਲੇ 26 ਸਾਲ ਤੋਂ ਭਰਤੀ ਨਹੀਂ ਹੋਈ, ਇੰਨੇ ਸਮੇਂ ਤੋਂ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਨੇ PhD ਕੀਤੀ, ਨੈੱਟ ਪਾਸ ਕੀਤੇ, MPhil ਕੀਤੀ, ਡਿਗਰੀਆਂ ਲੈ ਕੇ ਬੇਰੁਜ਼ਗਾਰ ਫਿਰਦੇ ਨੇ ਜਾਂ ਪ੍ਰਾਈਵੇਟ ਰੁਜ਼ਗਾਰ ਤੇ ਲੱਗੇ ਹੋਏ ਆ। ਉਹ ਉਮਰ ਦਾ ਉਹ ਪੜਾਅ ਟੱਪ ਗਏ ਜਦੋਂ ਰੁਜ਼ਗਾਰ ਮਿਲਣਾ ਹੁੰਦਾ। ਤਾਂ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਇੱਥੇ ਉਮਰ ਹੱਦ ਵਧਾ ਕੇ ਭਰਤੀ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਦੂਸਰੀ ਮੰਗ ਅਸੀਂ ਇਹ ਕਰਦੇ ਹਾਂ ਕਿ ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾਣੇ ਚਾਹੀਦੇ ਆ। ਜਿਵੇਂ ਬਲਵਿੰਦਰ ਜੀ ਨੇ ਗੱਲ ਕੀਤੀ ਕਿ ਇੱਥੇ ਘੱਟੋ ਘੱਟ 200 ਸਰਕਾਰੀ ਕਾਲਜ ਚਾਹੀਦਾ ਹੈ, ਉਹਦੇ ਨਾਲੋਂ ਬਹੁਤ ਘੱਟ ਗਿਣਤੀ ਹੈ। ਜੇ ਕਾਲਜ ਖੋਲ੍ਹੇ ਜਾਂਦੇ ਹੈ, ਇਹਨਾਂ ਕਾਲਜਾਂ ਦੇ ਅੰਦਰ ਨਵੀਆਂ ਪੋਸਟਾਂ ਕੱਢੀਆਂ ਜਾਂਦੀਆਂ, ਬੇਰੁਜ਼ਗਾਰੀ ਦਾ ਬਹੁਤ ਵੱਡੇ ਪੱਧਰ ਤੇ ਖਾਤਮਾ ਕੀਤਾ ਜਾ ਸਕਦਾ ਹੈ। ਅਧਿਆਪਕ ਰੱਖੇ ਜਾ ਸਕਦੇ ਹੈ, ਕਲਰਕ ਰੱਖੇ ਜਾ ਸਕਦੇ ਆ, ਦਰਜਾ 4 ਰੱਖੇ ਜਾ ਸਕਦੇ ਆ, ਮਾਲੀ ਰੱਖੇ ਜਾ ਸਕਦੇ ਆ। ਤਾਂ ਰੁਜ਼ਗਾਰ ਦਾ ਇਹ ਇੱਕ ਵੱਡਾ ਸਰੋਤ ਬਣ ਸਕਦੀ ਹੈ ਇਹ ਗੱਲ, ਜੇ ਨਵੇਂ ਕਾਲਜ ਖੋਲ੍ਹੇ ਜਾਂਦੇ ਆ। ਇਸ ਕਰਕੇ ਨਵੇਂ ਕਾਲਜ ਖੋਲ੍ਹਣ ਦੀ ਗੱਲ ਕਰਦੇ ਹਾਂ। 16 ਕਾਲਜ ਜੋ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਸੀਂ ਖੋਲ੍ਹੇ ਹੈ, ਉਹਨਾਂ ਦੇ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ, ਕੋਈ ਪੱਕਾ ਅਧਿਆਪਕ ਨਹੀਂ ਰੱਖਿਆ। ਉਹ ਅਸੀਂ ਮੰਗ ਕਰਦੇ ਹਾਂ ਕਿ ਉੱਥੇ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਪੱਕੇ ਅਧਿਆਪਕ ਰੱਖੇ ਜਾਣੇ ਚਾਹੀਦੇ ਹੈ। ਇਸ ਤੋਂ ਬਿਨਾਂ ਵਿਦਿਆਰਥੀਆਂ ਦੀ ਜਿਹੜੀ ਲੁੱਟ ਹੁੰਦੀ ਹੈ, PTA ਫੰਡ ਲੈ ਕੇ ਅਧਿਆਪਕਾਂ ਨੂੰ ਤਨਖਾਹ ਦੇਣ ਵਾਸਤੇ, ਜਿਹੜੇ ਕੱਚੇ ਅਧਿਆਪਕ ਰੱਖੇ ਹੋਏ ਹੈ ਉਹਨਾਂ ਨੂੰ ਤਨਖਾਹ ਦੇਣ ਵਾਸਤੇ PTA ਦੇ ਫੰਡ ਲਏ ਜਾਂਦੇ ਹੈ, ਉਹਨਾਂ 'ਚੋਂ ਤਨਖਾਹ ਦਿੱਤੀ ਜਾਂਦੀ ਹੈ। ਜਾਂ ਸੈਲਫ ਫਾਈਨੈਂਸ ਕੋਰਸ ਸ਼ੁਰੂ ਕੀਤੇ ਹੋਏ ਹੈ, ਜਿਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਖਰਚਾ ਉਹਨਾਂ ਕੋਰਸਾਂ ਦਾ ਉਹ ਵਿਦਿਆਰਥੀਆਂ ਤੋਂ ਲਿਆ ਜਾਂਦਾ ਹੈ ਵੱਡੇ ਪੱਧਰ ਤੇ। ਉਹਨਾਂ ਦੀ ਫੀਸ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਹੈ। ਸਰਕਾਰੀ ਕਾਲਜਾਂ ਦੇ ਅੰਦਰ ਪ੍ਰਾਈਵੇਟ ਕਾਲਜ ਖੋਲ੍ਹੇ ਹੋਏ ਨੇ। ਅਸੀਂ ਇਹ ਮੰਗ ਕਰਦੇ ਹਾਂ ਕਿ PTA ਫੰਡ ਤੇ ਸੈਲਫ ਫਾਈਨੈਂਸ ਕੋਰਸ ਆ ਜਿਹੜੇ, ਇਹ ਬੰਦ ਕੀਤੇ ਜਾਣ। ਇਹਨਾਂ ਕੋਰਸਾਂ ਨੂੰ ਸਰਕਾਰੀ ਕੋਰਸਾਂ ਵਾਂਗੂ ਰੈਗੂਲਰ ਕੀਤਾ ਜਾਵੇ ਤੇ ਇਹਨਾਂ ਦੀ ਭਰਤੀ ਵੀ ਜਿਹੜੀ ਹੈਗੀ ਹੈ ਉਹ ਰੈਗੂਲਰ ਕੀਤੀ ਜਾਵੇ। ਇਸ ਤੋਂ ਗਾਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਨਵੇਂ ਕੋਰਸ ਖੋਲ੍ਹੇ ਜਾਣੇ ਚਾਹੀਦੇ ਹੈ। ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆ ਗਈਆਂ ਐਜੂਕੇਸ਼ਨ ਦੇ ਵਿੱਚ, ਉਹਦੇ ਹਿਸਾਬ ਨਾਲ ਨਵੇਂ ਕੋਰਸ ਖੋਲ੍ਹ ਕੇ ਨਵੀਆਂ ਪੋਸਟਾਂ ਕ੍ਰੀਏਟ ਹੋਣੀਆਂ ਚਾਹੀਦੀਆਂ। ਕਾਲਜਾਂ ਦੇ ਅੰਦਰ ਸੀਟਾਂ ਦੀ ਗਿਣਤੀ ਵਧਣੀ ਚਾਹੀਦੀ ਹੈ। ਇੱਕ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ 3 ਯੂਨੀਵਰਸਿਟੀਆਂ ਨੇ, ਇਹਨਾਂ ਨੂੰ ਸਰਕਾਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਗ੍ਰਾਂਟਾਂ ਨੇ ਜਿਹੜੀਆਂ ਬਹੁਤ ਘਟਾ ਦਿੱਤੀਆਂ, ਉਹਦੇ ਕਰਕੇ ਇਹ ਵੀ ਸੁੰਨੀਆਂ ਪਈਆਂ ਨੇ। ਇੱਥੇ ਵੀ ਅਧਿਆਪਕ ਨਹੀਂ ਹੈ। ਪੰਜਾਬ ਦੇ ਕੰਸਟੀਟਿਊਐਂਟ ਕਾਲਜ ਨੇ, ਉੱਥੇ ਵੀ ਅਧਿਆਪਕ ਨਹੀਂ ਹੈਗੇ। ਇਹਨਾਂ ਦੀ ਗ੍ਰਾਂਟ ਵਧਣੀ ਚਾਹੀਦੀ ਹੈ, ਸਿੱਖਿਆ ਬਜਟ ਵਧਣਾ ਚਾਹੀਦਾ ਹੈ। ਇਹਨਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅੰਦਰ ਵੀ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ, ਸੀਟਾਂ ਵਧਣੀਆਂ ਚਾਹੀਦੀਆਂ, ਖੋਜ ਕਾਰ ਚੱਲਣੀ ਚਾਹੀਦੀ। ਇਹ ਸਾਡੀਆਂ ਮੰਗਾਂ ਨੇ ਮੁੱਖ ਰੂਪ। ਜੇਕਰ ਇਦਾਂ ਹੀ ਗੱਲ ਕੀਤੀ ਜਾਵੇ, ਇੱਕ ਪਾਸੇ ਤੁਹਾਡੀ ਮੰਗ ਚੱਲ ਰਹੀ ਹੈ ਕਿ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਨਾਲ ਵਧਾਇਆ ਜਾਵੇ, ਦੂਜੇ ਪਾਸੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈਗੀ ਹੈ ਪੰਜਾਬ ਯੂਨੀਵਰਸਿਟੀ, ਉਹਨੂੰ ਵੀ ਸੈਂਟਰਲਾਈਜ਼ ਕਰਨ ਦੀ ਗੱਲ ਚੱਲ ਰਹੀ ਸੀਗੀ। ਕਿਤੇ ਨਾ ਕਿਤੇ ਇਹ ਨਹੀਂ ਦੇਖਦੇ ਕਿ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ ਉਹਨੂੰ ਚੰਗੇ ਲਾਹੇ ਨਹੀਂ ਲੱਗਣ ਦਿੱਤਾ ਜਾ ਰਿਹਾ ਸਰਕਾਰਾਂ ਵੱਲੋਂ, ਜ਼ਿਆਦਾ ਪੜ੍ਹਨ ਲਿਖਣ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਜਿੰਨਾ ਪੜ੍ਹ ਜਾਣਗੇ ਉਨੇ ਸਵਾਲ ਜਵਾਬ ਹੋ ਜਾਣਗੇ ਉਹਨਾਂ ਤੋਂ।
ਬਿਲਕੁਲ ਹੀ ਬਿਲਕੁਲ ਇਹਨਾਂ ਦਾ ਮੇਰੇ ਕੋਲ ਮਕਸਦ ਇਹੀ ਆ ਕਿ ਲੋਕ ਚੇਤਨਾ ਨੂੰ ਖੁੰਡਾ ਕੀਤਾ ਜਾ ਸਕੇ ਤੇ ਆਪਣਾ ਜਿਹੜਾ ਰਾਜ ਭਾਗ ਆ ਉਹਨੂੰ ਬੜੇ ਸ਼ਾਨੋ ਸ਼ੌਕਤ ਨਾਲ ਚਲਾਇਆ ਜਾ ਸਕੇ। ਯੂਨੀਵਰਸਿਟੀ ਨੂੰ ਇਕੱਲੇ ਖੋਣ ਦੀ ਗੱਲ ਹੀ ਨਹੀਂ, ਇਹ ਬੰਦ ਕਰਨ ਦੀ ਗੱਲ ਵਾ। ਪੰਜਾਬੀ ਡਿਪਾਰਟਮੈਂਟ ਜਿੱਥੇ ਮੈਂ ਪੜ੍ਹਿਆਂਗਾ ਉੱਥੇ ਇਸ ਟਾਈਮ ਸਿਰਫ 2 ਪ੍ਰੋਫੈਸਰ ਰੈਗੂਲਰ ਰਹਿ ਗਏ ਹੈਗੇ। ਜੇ 2 ਰੈਗੂਲਰ ਪ੍ਰੋਫੈਸਰ ਰਹਿ ਗਏ ਤਾਂ ਉੱਥੇ ਗੈਸਟ ਫੈਕਲਟੀ ਤੋਂ ਜਾਂ ਰਿਸਰਚ ਸਕਾਲਰਾਂ ਤੋਂ ਪੜ੍ਹਾਇਆ ਜਾ ਰਿਹਾ ਹੈਗਾ। ਰਿਸਰਚ ਉਹ ਪੜ੍ਹਾ ਤਾਂ ਸਕਦੇ ਆ ਪਰ ਉਹ PhD ਤੇ MPhil ਦੀਆਂ ਡਿਗਰੀਆਂ ਨਹੀਂ ਕਰਾ ਸਕਦੇਗੇ। ਤਾਂ ਇਹਦਾ ਮਤਲਬ ਯੂਨੀਵਰਸਿਟੀਆਂ ਡਿਗਰੀ ਕਾਲਜਾਂ 'ਚ ਤਬਦੀਲ ਹੋ ਗਈਆਂ, ਜਿਨ੍ਹਾਂ ਨੇ MA BSc ਦੀਆਂ ਡਿਗਰੀਆਂ ਵੰਡਣ ਤੇ ਰਹਿ ਗਈਆਂ, ਰਿਸਰਚ ਤਾਂ ਹੋ ਨਹੀਂ ਰਹੇਗੀ। ਇਸੇ ਤਰ੍ਹਾਂ ਕੱਲੀ ਯੂਨੀਵਰਸਿਟੀ ਦਾ ਮਤਲਬ ਯੂਨੀਵਰਸਿਟੀ ਦੀ ਬਿਲਡਿੰਗ ਹੀ ਨਹੀਂ ਹੁੰਦਾ, ਯੂਨੀਵਰਸਿਟੀ ਨਾਲ ਐਫੀਲੀਏਟਡ ਕਾਲਜ ਹੁੰਦੇ ਆ, ਪ੍ਰਾਈਵੇਟ ਏਡਡ ਕਾਲਜ, ਕਨਸਟੀਚੂਐਂਟ ਕਾਲਜ, ਰੀਜਨਲ ਸੈਂਟਰ, ਨੇਬਰਹੁੱਡ ਕੈਂਪਸ ਤੇ ਜਿਹੜੇ ਸਰਕਾਰੀ ਕਾਲਜ ਆ ਉਹ ਸਾਰਿਆਂ ਦਾ ਮੰਦਾ ਹਾਲ ਹੈਗਾ। ਤਾਂ ਇਹ ਜਾਣ ਬੁੱਝ ਕੇ ਸਰਕਾਰ ਸਿੱਖਿਆ ਦੇ ਉੱਤੇ ਲਗਾਤਾਰ ਸਾਡਾ ਬਜਟ ਘਟ ਰਿਹਾ। ਜਿੱਦਾਂ ਅਸੀਂ ਦੇਖਿਆ ਗਾ, ਮਨਪ੍ਰੀਤ ਜੀ ਨੇ ਦੱਸਿਆ HEIS ਨਾਂ ਦੀ ਸੋਸਾਇਟੀ ਸੈਲਫ ਫਾਈਨਾਂਸ ਕੋਰਸ ਸਰਕਾਰੀ ਕਾਲਜਾਂ 'ਚ, ਜਿਵੇਂ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਮੈਕਸ ਹਸਪਤਾਲ ਖੋਲ੍ਹਤੇ, ਉੱਦਾਂ ਸਰਕਾਰੀ ਕਾਲਜਾਂ 'ਚ ਸੈਲਫ ਫਾਈਨਾਂਸ ਕੋਰਸ ਤੇ PTA ਫੰਡਾਂ ਰਾਹੀਂ ਤੇ HEIS ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਪਹਿਲਾਂ ਤੋਂ ਵਾੜ ਚੁੱਕੇ ਆ। ਇਹ ਰਹਿੰਦਾ ਖੁੰਦਾ ਵੀ ਇਹ ਹੁਣ ਤਬਾਹ ਕਰਨ ਦੇ ਕੰਡੇ ਤੇ ਇਹਨਾਂ ਨੇ ਲਿਆਂਦਾ ਹੋਇਆਗਾ। ਭਾਈ ਜੀ ਉਮੀਦ ਕਰਦੇ ਹੋ ਕਿਸੇ ਵੀ ਸਰਕਾਰ ਤੋਂ ਇਸ ਵਕਤ ਉਮੀਦ ਰਹਿ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਜਿਸ ਵਕਤ ਅਸੀਂ ਪੰਜਾਬ ਦੇ ਵਿੱਚ ਆਵਾਂਗੇ ਐਜੂਕੇਸ਼ਨ ਸਿਸਟਮ ਨੂੰ ਵਧਾਵਾਂਗੇ, ਭਾਵੇਂ ਉਹ ਸਰਕਾਰੀ ਸਕੂਲ ਹੋਣ, ਭਾਵੇਂ ਉਹ ਸਰਕਾਰੀ ਕਾਲਜ ਹੋਣ, ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਨੂੰ ਡਿਵੈਲਪ ਕੀਤਾ ਜਾਏਗਾ, ਵਧੀਆ ਸਟਾਫ ਰੱਖਿਆ ਜਾਏਗਾ ਤੇ ਜਿਹੜੇ ਹੋਰ ਸਟੂਡੈਂਟਸ ਹੈਗੇ ਉਹਨਾਂ ਨੂੰ ਉੱਥੇ ਪੜ੍ਹਨ ਨੂੰ ਪ੍ਰਮੋਟ ਵੀ ਕੀਤਾ ਜਾਏਗਾ। ਕਿੰਨਾ ਕੁ ਦੇਖਦੇ ਹੋ ਕੋਈ ਵੀ ਸਰਕਾਰੀ ਜਿਹੜੀ ਸਿਆਸਤ ਇੱਥੇ ਚੱਲ ਰਹੀ ਹੈ ਉਹਨਾਂ ਦੇ ਵਿੱਚੋਂ ਕੋਈ ਤੁਹਾਡੇ ਵਾਸਤੇ ਖੜੇਗੀ? ਬਿਲਕੁਲ ਜੀ, ਇਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਇਹਨਾਂ ਦਾ ਸਿਰਫ ਏਜੰਡਾ ਆਪਣੀ ਪ੍ਰਾਈਵੇਟੇਸ਼ਨ ਕਰਨਾ ਗਾ। ਉਹਨਾਂ 'ਚ ਇਹਨਾਂ ਦੀਆਂ ਹਿੱਸੇਦਾਰੀਆਂ, ਉਹਨਾਂ ਤੋਂ ਇਹ ਫੰਡ ਲੈਂਦੇ ਆ। ਪ੍ਰਾਈਵੇਟ ਯੂਨੀਵਰਸਿਟੀਆਂ, ਪ੍ਰਾਈਵੇਟ ਕਾਲਜ ਖੋਲ੍ਹੇ ਹੋਏ ਆ, ਉਹਨਾਂ 'ਚ ਇਹ ਵਿਦਿਆਰਥੀਆਂ ਨੂੰ ਧੱਕ ਮਜਬੂਰ ਕਰ ਰਹੇ ਆ ਉੱਧਰ ਜਾਣ ਲਈ ਜਿਨ੍ਹਾਂ ਕੋਲ ਥੋੜ੍ਹਾ ਜਿਹਾ ਪੈਸਾ, ਤੇ ਬਾਕੀਆਂ ਨੂੰ ਇਹ ਖੁਦ ਕਹਿ ਰਹੇ ਆ ਕਿ ਅਸੀਂ ਸਰਕਾਰੀ ਕਾਲਜਾਂ 'ਚ ਆਈਲੈਟ ਸੈਂਟਰ ਖੋਲਾਂਗੇ, ਵੀ ਜਿਹੜੇ ਕੋਲੇ ਹੋਰ ਵੱਧ ਪੈਸਾ ਉਹ ਬਾਹਰ ਚਲੇ ਜਾਓ, ਬਾਕੀ ਸਾਡੇ ਕੋਲੇ ਮਜ਼ਦੂਰ ਬਣ ਕੇ ਰਹਿ ਜਾਓ ਇੱਥੇ। ਲੋਕਾਂ ਦੀ ਗਿਆਨ ਨੂੰ, ਚੇਤਨਾ ਨੂੰ ਖੁੰਡਾ ਕਰਨ ਦੇ ਇਹਨਾਂ ਦੇ ਯਤਨ ਆਂਗੇ। ਇਹਨਾਂ ਵੱਲੋਂ ਸਾਨੂੰ ਕੋਈ ਉਮੀਦ ਨਹੀਂ, ਲੋਕਾਂ ਤੇ ਉਮੀਦ ਆ। ਲੋਕ ਜੇ ਇਕੱਠੇ ਹੋਣਗੇ, ਪੜ੍ਹਨਗੇ, ਜੁੜਨਗੇ, ਲੋਕ ਸੰਘਰਸ਼ ਕਰਨਗੇ ਤਾਂ ਜ਼ਰੂਰ ਕੁਝ ਬਣ ਸਕਦਾ ਗਾ। ਤਾਂ ਅੱਗੇ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ 2 ਤਰ੍ਹਾਂ ਦੀਆਂ ਡਿਗਰੀਆਂ ਕਰਨੀਆਂ ਚਾਹੀਦੀਆਂ। ਇੱਕ ਜਿਹੜੀ ਸਾਨੂੰ ਸਿਲੇਬਸਾਂ ਰਾਹੀਂ ਇਹਨਾਂ ਨੇ ਡਿਗਰੀਆਂ ਵੰਡੀਆਂ, ਪੜ੍ਹ ਕੇ ਅਸੀਂ ਲੈਂਦੇ ਹਾਂ। ਦੂਜੀ ਸੜਕਾਂ ਤੇ ਡਾਂਗਾ ਖਾਣ ਵਾਲੀ ਡਿਗਰੀ। ਜਿੰਨਾ ਚਿਰ ਲੋਕ ਅਸੀਂ ਇਕੱਠੇ ਹੋਵਾਂਗੇ, ਅਸੀਂ ਕਹਿੰਦੇ ਹਾਂ ਪੜ੍ਹੋ, ਜੁੜੋ, ਸੰਘਰਸ਼ ਕਰੋ, ਜਿੰਨਾ ਚਿਰ ਲੋਕ ਸਾਰੇ ਇਕੱਠੇ ਹੋ ਕੇ ਸੰਘਰਸ਼ ਨਹੀਂ ਕਰਦੇ ਉਹਨਾਂ ਚਿਰ ਹੱਲ ਨਹੀਂ ਹੋਊਗਾ। ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ। ਇਹਨਾਂ ਦੇ ਗਲ 'ਚ ਅੰਗੂਠਾ ਜਦੋਂ ਦੇਵਾਂਗੇ ਇਕੱਠੇ ਹੋ ਕੇ, ਉਹਦੀ ਕੁਛ ਨਾ ਕੁਛ ਕਰਨਗੀਆਂ। ਤੁਹਾਡੇ ਵੱਲੋਂ 5 ਬੰਦੇ ਗਏ ਨੇ, ਮੈਮੋਰੈਂਡਮ ਲੈ ਕੇ ਗਏ ਨੇ, ਪੰਜਾਬ ਵਿਧਾਨ ਸਭਾ ਤੱਕ ਲੈ ਕੇ ਗਏ ਨੇ, ਲੱਗਦਾ ਹੈ ਕੁਝ ਹੱਲ ਨਿਕਲ ਕੇ ਆਏਗਾ ਇਹਦਾ? ਨਹੀਂ ਜੀ, ਇਹ ਬਿਲਕੁਲ ਵੀ ਅਸੀਂ ਆਸ ਨਹੀਂ ਕਰਦੇ ਕਿ ਕੋਈ ਹੱਲ ਅੱਜ ਨਿਕਲ ਕੇ ਆਊਗਾ, ਕਿਉਂਕਿ ਪਿਛਲੇ ਸਮੇਂ 'ਚ ਵੀ ਅਸੀਂ ਮੰਗ ਪੱਤਰ ਭੇਜ ਚੁੱਕੇ ਹਾਂ, ਪਿਛਲੇ ਸਮੇਂ 'ਚ ਅਸੀਂ ਪ੍ਰੋਟੈਸਟ ਵੀ ਕਰ ਚੁੱਕੇ ਹਾਂ। ਸਰਕਾਰਾਂ ਦਾ ਜੋ ਖਾਸ ਕਰਕੇ ਹੁਣ ਰੂਲਿੰਗ ਹਕੂਮਤ ਹੈ, ਉਹਨਾਂ ਵਾਸਤੇ ਆਪਦੀਆਂ ਕੁਰਸੀ ਦੀਆਂ ਗਿਣਤੀਆਂ ਮਿਣਤੀਆਂ ਨੇ ਜਿਹੜੀਆਂ ਉਹ ਜ਼ਿਆਦਾ ਮਹੱਤਵਪੂਰਨ ਬਣੀਆਂ ਹੋਈਆਂ। ਉਹਦੇ 'ਚ ਹੀ ਵਿਧਾਨ ਸਭਾ ਦਾ ਸੈਸ਼ਨ ਉਹਨੂੰ ਘਟਾਇਆ ਗਿਆ, ਸਿਰਫ 1 ਦਿਨ ਦਾ ਰੱਖਿਆ ਗਿਆ। ਉੱਥੇ ਕੋਈ ਕਾਰਵਾਈ ਹੋਣੀ ਹੋਈ ਨਹੀਂ। ਅਸਲ ਦੇ ਵਿੱਚ ਅਸੀਂ ਕੁਝ ਅਕਾਲੀ ਵਿਧਾਇਕਾਂ ਨੂੰ ਵੀ ਮਿਲ ਕੇ ਆਏ ਹਾਂ, ਉਹਨਾਂ ਨੂੰ ਕਿਹਾ ਸਾਡਾ ਮੁੱਦਾ ਉਠਾਓ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਬੋਲਣ ਹੀ ਨਹੀਂ ਦੇਣਾ, ਸਿਰਫ ਰਾਜਪਾਲ ਤੇ ਚੀਫ ਜਸਟਿਸ ਬੋਲਣਗੇ, ਉਸ ਤੋਂ ਬਾਅਦ ਉਠਾ ਦਿੱਤੀ ਜਾਣੀ ਹੈ, ਕੋਈ ਕਾਰਵਾਈ ਨਹੀਂ ਹੋਣੀ। ਸੋ ਸਾਡਾ ਇਹ ਪ੍ਰਤੀਕਾਤਮਕ ਪ੍ਰੋਟੈਸਟ ਹੈ ਕਿ ਤੇ ਇਹ ਵੈਸੇ ਚਾਹੇ ਸਰਕਾਰ ਦੇ ਖਿਲਾਫ ਹੈ, ਪਰ ਅਸੀਂ ਜਿਹੜਾ ਮੰਗ ਪੱਤਰ ਭੇਜਿਆ ਸੀ, ਅਸੀਂ ਚਾਹੁੰਦੇ ਸੀ ਕਿ ਵਿਧਾਨ ਸਭਾ ਸਾਰੀ ਨੂੰ ਸੰਬੋਧਿਤ ਹੋਵੇ, ਕਿਉਂਕਿ ਇਹ ਨਹੀਂ ਹੈਗਾ ਕਿ ਅੱਜ ਕਾਂਗਰਸ ਦੀ ਹਕੂਮਤ ਆ ਗਈ ਇਸ ਗੱਲ ਕਰਕੇ ਕਿਤੇ ਸਿੱਖਿਆ ਦਾ ਮਾੜਾ ਹਾਲ ਹੋਇਆ। ਇੱਥੇ 3 ਵਾਰ ਅਕਾਲੀ ਆ ਗਏ, 2 ਵਾਰ ਕਾਂਗਰਸ ਆ ਗਏ, 25 ਸਾਲ ਤੋਂ ਇਹ ਪ੍ਰੋਸੈਸ ਚੱਲ ਰਿਹਾ ਹੈ। ਤਾਂ ਅਸੀਂ ਐਂ ਨਹੀਂ ਆਸ ਕਰਦੇ ਕਿ ਅੱਜ ਹੀ ਕੋਈ ਹੱਲ ਹੋਊਗਾ। ਅਸੀਂ ਤਾਂ ਇਸ ਆਸ ਨਾਲ ਆਏ ਹਾਂ ਕਿ ਸਾਡੀ ਆਵਾਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚੇ, ਪੰਜਾਬ ਦੀ ਲਕਾਈ ਤੱਕ ਪਹੁੰਚੇ, ਤੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਤੁਹਾਡੇ ਵਰਗੇ ਚੈਨਲਾਂ ਦਾ ਜਿਹੜੇ ਸਾਡੀ ਇਸ ਗੱਲ ਦੇ ਵਿੱਚ ਮਦਦ ਕਰ ਰਹੇ। ਭਾਈ ਜੀ ਕਿਤੇ ਇਹ ਨਹੀਂ ਦੇਖਦੇ ਕਿ ਅੱਜ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈਗਾ ਆ ਉਹ ਗੁਰੂ ਸਾਹਿਬ ਨੂੰ ਸਮਰਪਿਤ ਹੈਗਾ ਆ, ਤਾਂ ਕਰਕੇ ਜ਼ਿਆਦਾ ਲੋਕ ਉਹ 'ਚ ਬੋਲਣਗੇ ਨਹੀਂ, ਸ਼ਮੂਲੀਅਤ ਸਭ ਦੀ ਰਹੇਗੀ। ਵੈਸੇ ਦੇਖਿਆ ਜਾਏ 2022 ਬਹੁਤ ਨੇੜੇ ਹੈਗਾ ਆ, ਇਲੈਕਸ਼ਨਾਂ ਬਹੁਤ ਨੇੜੇ ਨੇ, ਲੋਕਾਂ ਦੇ ਮੁੱਦੇ ਵੀ ਬਹੁਤ ਜ਼ਿਆਦਾ ਨੇ। ਵਿਧਾਨ ਸਭਾ ਲੋਕਾਂ ਦੇ ਮੁੱਦਿਆਂ ਵਾਸਤੇ ਵੀ ਲੱਗਣੀ ਚਾਹੀਦੀ ਸੀ, ਜਿੱਥੇ 1 ਦਿਨ ਦੀ ਲੱਗੀ ਹੈ ਉੱਥੇ ਵਾਧੂ ਦਿਨ ਦੀ ਲੱਗਣੀ ਚਾਹੀਦੀ ਸੀ ਭਾਵੇਂ, ਲੇਕਿਨ ਲੋਕਾਂ ਦੇ ਮੁੱਦੇ ਸੁਣਨੇ ਚਾਹੀਦੇ ਸੀਗੇ, ਉਹਨਾਂ ਦੇ ਹੱਲ ਹੋਣੇ ਚਾਹੀਦੇ ਸੀਗੇ। ਲੇਕਿਨ ਇਹ 1 ਦਿਨ ਦੀ ਵਿਧਾਨ ਸਭਾ ਸਿਰਫ ਗੁਰੂ ਸਾਹਿਬ ਨੂੰ ਸਮਰਪਿਤ ਰੱਖੀ ਗਈ ਹੈ। ਬਿਲਕੁਲ ਜੀ, ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਹਾਡੇ ਕੁਐਸਚਨ 'ਚ ਹੀ ਤੁਹਾਡਾ ਜਵਾਬ ਪਿਆਗਾ।
ਤਾਂ ਇਹ ਜਾਣ ਬੁੱਝ ਕੇ ਕਿ ਲੋਕਾਂ ਦੇ ਮੁੱਦੇ ਤਾਂ ਡਿਸਕਸ ਕਰਨੇ ਹੀ ਨਹੀਂ ਇਹਨਾਂ ਨੇ, ਤਾਂ ਇਹਨਾਂ ਦੀ ਆਪਣੀਆਂ ਕੁਰਸੀ ਦੀਆਂ ਗਿਣਤੀਆਂ ਮਿੰਤੀਆਂ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣੇ ਸੀ ਤਾਂ ਇਹਨਾਂ ਨੇ ਇੱਥੇ ਕਾਂਗਰਸ ਭਵਨ ਦੇ ਵਿੱਚ ਡਿਊਟੀ ਲਗਾਈ ਸੀਗੀ ਬਹੁਤ ਸਾਰੇ ਵਿਧਾਇਕਾਂ ਦੀ ਕਿ ਤੁਸੀਂ ਇੱਥੇ ਡੇਲੀ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੋਗੇ, ਪਰ ਉਹਨਾਂ 'ਚ ਫਿਰ ਧੜੇਬਾਜ਼ੀ ਹੋ ਗਈ, ਦੂਸਰੇ ਧੜੇ ਦੇ ਜਾਂਦੇ ਆ, ਕੋਈ ਨਹੀਂ ਜਾਂਦਾ, ਕੋਈ ਗੇੜਾ ਮਾਰ ਕੇ ਮੁੜ ਜਾਂਦਾ, ਤਾਂ ਕੋਈ ਇੱਥੇ ਪ੍ਰੋਪਰ ਲੋਕਾਂ ਦੀ ਸਮੱਸਿਆ ਨਾ ਇੱਥੇ ਸੁਣੀ ਜਾ ਰਹੀ ਆ, ਨਾ ਵਿਧਾਨ ਸਭਾ ਉਹਨਾਂ ਨੇ ਸੈਸ਼ਨ ਨੂੰ ਇਦਾਂ ਕਰ ਦਿੱਤਾ ਗਿਆ ਕਿ ਛੋਟਾ ਇੱਕ ਦਿਨ ਦਾ। ਤੁਸੀਂ ਇੱਥੇ ਸਿੱਧੂ ਸਾਹਿਬ ਦੇ ਕਾਂਗਰਸ ਭਵਨ ਦੇ ਵਿੱਚ ਉਹਨਾਂ ਨੇ ਬੰਦੇ ਬਿਠਾਏ ਆਪਣੇ, ਉੱਥੇ ਤੁਸੀਂ ਜਾ ਕੇ ਆਏ ਹੋ? ਮੈਂ ਖੁਦ ਨਹੀਂ ਗਿਆ, ਬਾਕੀ ਦੇ ਸਾਡੇ ਪਰਸਨ ਲਗਾਤਾਰ ਸਾਰਿਆਂ ਦੇ ਟੱਚ 'ਚ ਅਸੀਂ ਆਮ ਆਦਮੀ ਪਾਰਟੀ ਕੋਲੇ ਵੀ ਜਾ ਕੇ ਆਏ ਹਾਂ, ਅਸੀਂ ਅਕਾਲੀਆਂ ਨੂੰ ਵੀ ਮਿਲ ਕੇ ਆਏ ਹਾਂ, ਕਾਂਗਰਸ ਦੇ ਵੀ ਯੂਨੀਵਰਸਿਟੀ ਦੇ ਵਿੱਚ ਆ ਰਹੇ ਆ, ਸਿੱਖਿਆ ਮੰਤਰੀ ਜੀ ਨੂੰ ਅਸੀਂ ਮਿਲੇ ਆਂਗੇ, ਤਾਂ ਉਹ ਬੜੇ ਮਤਲਬ ਸਿੱਖਿਆ ਮੰਤਰੀ ਹੋ ਕੇ ਉਹ ਬੜੇ ਅਣਜਾਣਤਾ ਜ਼ਾਹਿਰ ਕਰ ਦਿੰਦੇ ਆ ਕਿ ਸਾਨੂੰ ਤਾਂ ਮਸਲੇ ਦਾ ਹੀ ਨਹੀਂ ਜਿਵੇਂ ਪਤਾ ਹੁੰਦਾਗਾ। ਤਾਂ ਅਸੀਂ ਸਾਰਿਆਂ ਨੂੰ ਮਿਲ ਰਹੇ ਹਾਂ ਅਲੱਗ-ਅਲੱਗ ਥਾਵਾਂ ਦੇ ਉੱਪਰ, ਜਿੱਥੇ ਵੀ ਸਾਨੂੰ ਕੋਈ ਪਤਾ ਲੱਗਦਾ ਕਿ ਇੱਥੇ ਕੋਈ ਮੰਤਰੀ ਆ ਰਿਹਾ, ਅਸੀਂ ਹਰ ਕੋਲ ਆਪਣੀ ਗੱਲ ਲੈ ਕੇ ਗਏ ਹਾਂ ਤਾਂ ਕਿ ਅਸੀਂ ਮਤਲਬ ਇਹ ਕੁਝ ਕਰ ਸਕਣ, ਪਰ ਸਾਨੂੰ ਇਹਨਾਂ ਤੋਂ ਬਹੁਤੀ ਆਸ ਨਹੀਂ, ਆਸ ਸਾਨੂੰ ਲੋਕਾਂ ਤੋਂ ਆ। ਇੱਕ ਸਵਾਲ ਨਾ ਮੇਰਾ ਇਹ ਵੀ ਆ, ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਸਾਰੇ ਲੋਕਾਂ ਨੂੰ ਤੁਸੀਂ ਮਿਲੇ, ਜਿੱਥੇ ਜਿੱਥੇ ਤੱਕ ਪਹੁੰਚ ਸਕੇ ਉੱਥੇ ਤੱਕ ਪਹੁੰਚ ਕੀਤੀ ਗਈ, ਸਿੱਖਿਆ ਮੰਤਰੀ ਨੇ ਤਾਂ ਕਹਿ ਦਿੱਤਾ ਕਿ ਮੈਨੂੰ ਮੁੱਦੇ ਦਾ ਹੀ ਨਹੀਂ ਪਤਾ, ਹੋਰ ਜਿਹੜੇ ਮਿਨਿਸਟਰਾਂ ਨੂੰ ਹੋਰ ਆਗੂਆਂ ਨੂੰ ਜੇਕਰ ਮਿਲੇ ਹੋ ਤੇ ਉਹਨਾਂ ਦਾ ਕੀ ਰਵੱਈਆ ਰਹਿੰਦਾ ਇਸ ਕੰਮ ਦੇ ਪ੍ਰਤੀ? ਲਾਰੇ ਲਾ ਦਿੰਦੇ ਆ ਜੀ ਕਿ ਅਸੀਂ ਇਹ ਜ਼ਰੂਰ ਜਲਦੀ ਕਰਾਂਗੇ, ਅਸੀਂ ਆਵਾਜ਼ ਚੁੱਕਾਂਗੇ, ਪਰ ਚੁੱਕਦਾ ਕੋਈ ਨਹੀਂਗਾ। ਤਾਂ ਹੁਣ ਬਸ ਸਿਰਫ ਲਾਰੇ ਆ, ਜਿੱਦਾਂ ਪਹਿਲਾਂ ਤੋਂ ਲਗਾਤਾਰ 25 ਸਾਲਾਂ ਤੋਂ ਲਾਰੇ ਲਾ ਰਹੇ ਆ ਕਿ ਅਸੀਂ ਪੋਸਟਾਂ ਕੱਢ ਰਹੇ ਆ, ਸਾਡੇ ਕੋਲੇ ਅਖਬਾਰਾਂ ਦੀਆਂ ਕਟਿੰਗ ਪਈਆਂ 10-10 ਸਾਲ ਪਹਿਲਾਂ ਕਿ ਜਲਦੀ ਪੋਸਟਾਂ ਆ ਰਹੀਆਂ, ਹੁਣ ਵੀ ਕਹਿ ਰਹੇ ਆ ਕਿ 931 ਪੋਸਟਾਂ ਦੀ ਅਸੀਂ ਐਡ ਦੇ ਦੇਣੀਆਂ, ਪੀਪੀਐਸਸੀ ਦਾ ਚੇਅਰਮੈਨ ਹੈ ਨਹੀਂ, ਕੱਲ ਪਰਸੋਂ ਹੀ 119 ਪ੍ਰਿੰਸੀਪਲਾਂ ਦੀ ਪੋਸਟ ਆਈ ਆ ਸਕੂਲ ਦੇ ਵਿੱਚ, ਤਾਂ ਉਹ ਪੀਪੀਐਸਸੀ ਦੇ ਚੇਅਰਮੈਨ ਤੋਂ ਬਿਨਾਂ ਜੀ ਉਹ ਆ ਸਕਦੀ ਆ, ਤਾਂ 931 ਪੋਸਟਾਂ ਪੀਪੀਐਸਸੀ ਦੇ ਚੇਅਰਮੈਨ ਤੋਂ ਬਿਨਾਂ ਕਿਉਂ ਨਹੀਂ ਆ ਸਕਦੀਆਂ? ਪੀਪੀਐਸਸੀ ਦਾ ਚੇਅਰਮੈਨ ਆਮ ਲੋਕਾਂ ਨੇ ਤਾਂ ਨਹੀਂ ਲਾਉਣਾ ਨਾ, ਸਰਕਾਰ ਨੇ ਲਾਉਣਾਗਾ, ਇੱਕ ਦਿਨ 'ਚ ਲੱਗ ਜੂਗਾ ਤਾਂ ਜੇ ਸਰਕਾਰ ਦੀ ਨੀਅਤ ਹੋਵੇ ਤਾਂ। ਇਹ ਆ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਲਗਾਤਾਰ ਅਸੀਂ ਗੱਲ ਕਰਦੇ ਹਾਂ, ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਵੀਕ ਹੁੰਦਾ ਜਾ ਰਿਹਾ ਆ। ਲਗਾਤਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਐਜੂਕੇਸ਼ਨ ਇੰਸਟੀਟਿਊਟਸ ਨੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਅਦਾਰਾ ਆ ਉਹ ਵੀ ਘਟਦਾ ਜਾ ਰਿਹਾ ਆ, ਉਹਦੇ ਵਿੱਚ ਕੁਆਲਿਟੀ ਆਫ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਤੇ ਉਹ ਜਿਸ ਵਕਤ ਘਟਦੀ ਜਾਏਗੀ, ਦੇਖ ਸਕਦੇ ਹੋ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਕਿਸ ਪਾਸੇ ਨੂੰ ਤੁਰੇਗਾ, ਜਿੱਥੇ ਜਿਹੜੀ ਐਜੂਕੇਸ਼ਨ ਹੈ ਦਿਨ ਪ੍ਰਤੀ ਦਿਨ ਜੇਕਰ ਜਿਹੜੀ ਨੌਜਵਾਨੀ ਹੈਗੀ ਹੈ ਪ੍ਰਾਈਵੇਟ ਇੰਸਟੀਟਿਊਟਸ ਵੱਲ ਜਾਂਦੀ ਰਹੇਗੀ, ਖਰਚਾ ਵੱਧਦਾ ਰਹੇਗਾ ਤੇ ਉਸ ਤੋਂ ਬਾਅਦ ਗੱਲ ਇਹ ਵੀ ਆਂਦੀ ਹੈ ਕਿ ਸਰਕਾਰੀ ਜਿਹੜੇ ਅਦਾਰੇ ਨੇ ਉਹ ਬੰਦ ਹੁੰਦੇ ਜਾਣਗੇ, ਘਟਦੇ ਜਾਣਗੇ ਤੇ ਸਿਰਫ ਪ੍ਰਾਈਵੇਟਾਈਜੇਸ਼ਨ ਵੱਧਦੀ ਜਾਏਗੀ। ਸਰਕਾਰ ਤੋਂ ਮੰਗਾਂ ਅਜਿਹੀਆਂ ਹੀ ਨੇ ਕਿ ਜਿਹੜੀ ਸਰਕਾਰੀ ਕਾਲਜ ਨੇ ਉਹਨਾਂ ਦਾ ਦਾਇਰਾ ਵੀ ਵਧਾਇਆ ਜਾਵੇ, ਉਸ ਤੋਂ ਬਾਅਦ ਜਿਹੜੇ ਟੀਚਰਸ ਨੇ ਉੱਥੇ ਉਹਨਾਂ ਦੀ ਸੰਖਿਆ ਵੀ ਵਧਾਈ ਜਾਵੇ, ਜਿਹੜੀਆਂ ਪੋਸਟਾਂ ਨੇ ਉਹ ਕੱਢੀਆਂ ਜਾਣ ਤੇ ਸਰਕਾਰਾਂ ਜਿਹੜੀਆਂ 2022 ਦੀ ਆਪਣੀ ਇਲੈਕਸ਼ਨਾਂ ਲੜ ਰਹੀਆਂ ਨੇ ਉਹਨਾਂ ਦੇ ਵਾਸਤੇ ਤਿਆਰੀ ਕਰ ਰਹੀਆਂ ਨੇ, ਕੁਝ ਧਿਆਨ ਜਿਹੜਾ ਗਰਾਊਂਡ ਲੈਵਲ ਹੈਗਾ ਆ ਉੱਤੇ ਵੀ ਦੇਣ ਦੀ ਬਹੁਤ ਜ਼ਰੂਰਤ ਹੈਗੀ ਹੈ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।